ਪਹਿਲਾ ਪੜ੍ਹ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਧੰ ਮੁਖ ਝੂਠ ਬੇਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਿਲਾਟੰ ਦੋਇ ਧੋਤੀ ਬਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚਉ ਕਰਮੰ ਕਉ ਨਾਨਕ ਨੇਚੋ ਧਿਆਵੈ ਬਿਨ ਸਤਿਗੁਰ ਬਾਟ ਨ ਪਾਵੈ। ਪੌੜੀ ਕੱਪੜ ਰੂਪ ਸੁਹਾਮਣਾ ਛੱਡ ਦੁਨੀਆ ਅੰਦਰ ਜਾਮਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਮਣਾ ਹੁਕਮ ਕੀਏ ਮਨ ਭਾਮਦੇ ਰਾਹ ਪੀੜੈ ਅੱਗੇ ਜਾਮਣਾ ਨੰਗਾ ਦੋਜ਼ਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀਓ, ਇਸ 14 ਨੰਬਰ ਸ਼ਲੋਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਸਮਝਾਉਣ ਵਾਸਤੇ ਸਿਮਰ ਰੁੱਖ ਦੀ ਮਿਸਾਲ ਵੀ ਦਿੱਤੀ ਔਰ ਇਹ ਵੀ ਦਰਸਾਇਆ ਕਿ ਜਿਹੜਾ ਮਨੁੱਖ ਮਿੱਠਾ ਬੋਲਦਾ ਹੈ, ਨਿਮਰਤਾ ਵਿੱਚ ਰਹਿੰਦਾ ਹੈ, ਉਹ ਗੁਣਾਂ ਦਾ ਭੰਡਾਰ ਬਣ ਜਾਂਦਾ। ਕਿਉਂਕਿ ਸਿਮਰ ਰੁੱਖ ਵਰਗਾ ਦਿਖਾਵਾ ਕਰਨ ਵਾਲਾ ਜੇ ਕੋਈ ਪੰਡਿਤ ਹੈ ਤੇ ਉਹ ਉਤੋਂ ਪੰਡਤਾਈ ਕਰਦਾ, ਅਹੰਕਾਰੀ ਬਣਦਾ, ਆਪਣੇ ਆਪ ਨੂੰ ਸਭ ਤੋਂ ਵੱਡਾ ਵਿਦਵਾਨ ਸਮਝਦਾ। ਪਰ ਜੇ ਉਹਦੇ ਅੰਦਰ ਮਿੱਠਤ ਨਹੀਂ, ਨਿਮਰਤਾ ਨਹੀਂ, ਤਾਂ ਉਹ ਸਿਮਰ ਰੁੱਖ ਵਰਗਾ। ਤੇ ਜਿਹਦੇ ਅੰਦਰ ਮਿੱਠਤ ਤੇ ਨਿਮਰਤਾ ਹੈ, ਭਾਵੇਂ ਉਹ ਬੇਰੀ ਵਰਗਾ ਨੀਵਾਂ ਹੀ ਹੋਵੇ, ਪਰ ਉਹ ਗੁਣਾਂ ਤੇ ਚੰਗਿਆਈਆਂ ਦਾ ਭੰਡਾਰ ਹੈ। ਫਿਰ ਨਿਰਣਾ ਕਰਕੇ ਦੱਸਿਆ ਕਿ ਆਮ ਲੋਕ ਨਿਮਦੇ ਹਨ ਦਿਖਾਵੇ ਮਾਤਰ। ਤੋ ਗੱਲ ਕੀ, ਗੁਰੂ ਮਹਾਰਾਜ ਨੇ ਸਾਨੂੰ ਨਿਮਰਤਾ, ਗਰੀਬੀ ਤੇ ਅੰਦਰੋਂ ਸ਼ੁੱਧ ਹੋ ਕੇ ਭਗਤੀ ਕਰਨ ਦੀ ਪ੍ਰੇਰਨਾ ਕੀਤੀ। ਹੁਣ ਅਗਲੇ ਸ਼ਲੋਕ ਵਿੱਚ ਪੜ੍ਹਨ ਤੋਂ ਪਤਾ ਲੱਗਦਾ ਕਿ ਕਿਸੇ ਉਸ ਪੰਡਿਤ ਨੂੰ ਜਿਹੜਾ ਕਰਮਕਾਂਡੀ ਹੈ ਤੇ ਆਪਣੇ ਆਪ ਨੂੰ ਬੜਾ ਵਿਦਵਾਨ ਵੀ ਸਮਝਦਾ, ਉਹਦੇ ਪ੍ਰਤੀ ਉਪਦੇਸ਼ ਕੀਤਾ। ਇਸ ਸ਼ਲੋਕ ਬਾਰੇ ਇਹ ਵੀ ਪ੍ਰਚਲਿਤ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਦਾ ਭਲਾ ਕਰਦੇ ਹੋਏ ਕਾਂਸ਼ੀ ਵਿੱਚ ਗਏ ਤੇ ਉਹਨਾਂ ਦਾ ਮਿਲਾਪ ਇੱਕ ਗੋਪਾਲ ਦਾਸ ਨਾਮੀ ਪੰਡਿਤ ਦੇ ਨਾਲ ਹੋਇਆ, ਜਿਹੜਾ ਆਪਣੀ ਵਿੱਦਿਆ ਕਰਕੇ ਬੜਾ ਅਭਿਮਾਨੀ ਸੀ। ਤੇ ਉਹ ਜਦੋਂ ਵੀ ਕੋਈ ਕਾਂਸ਼ੀ ਵਿੱਚ ਆਉਂਦਾ ਪੰਡਿਤ, ਵਿਦਵਾਨ, ਸੰਤ, ਮਹਾਤਮਾ, ਉਹਨਾਂ ਨੂੰ ਪ੍ਰੇਰਦਾ ਕਿ ਮੇਰੇ ਨਾਲ ਸ਼ਾਸਤਰਾਰਥ ਕਰੋ। ਜੇ ਉਹ ਨਾ ਕਰਦਾ ਤੇ ਉਹਨਾਂ ਦਾ ਅਨਾਦਰ ਕਰਕੇ ਉਹਨਾਂ ਨੂੰ ਉੱਥੋਂ ਕੱਢਦਾ। ਇਹ ਉਹਦਾ ਸੁਭਾਅ ਬਣ ਚੁੱਕਾ ਸੀ। ਕਹਿੰਦੇ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਆਏ, ਉਹਨਾਂ ਦੀ ਸੋਭਾ ਸੁਣ ਕੇ ਇਹ ਗੋਪਾਲ ਦਾਸ ਪੰਡਿਤ ਆਪਣੇ ਚੇਲੇ ਚਾਟੜਿਆਂ ਦਾ ਸਮੂਹ ਲੈ ਕੇ
ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਿਆ। ਇਹਨੇ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਕਾਂਸ਼ੀ ਵਿੱਚ ਆਏ ਹੋ ਤੇ ਮੇਰੇ ਨਾਲ ਸ਼ਾਸਤਰ ਅਰਥ ਕਰੋ। ਗੁਰੂ ਨਾਨਕ ਪਾਤਸ਼ਾਹ ਜਿਹੜੇ ਸਰਬ ਕਲਾ ਸਮਰੱਥ ਸਨ, ਕਹਿਣ ਲੱਗੇ, ਗੋਪਾਲ ਦਾਸ, ਅਸੀਂ ਰਮਤੇ ਸਾਧੂ ਹਾਂ, ਅਸੀਂ ਸ਼ਾਸਤਰਾਰਥ ਕਰਨ ਦਾ ਕੋਈ ਸਾਨੂੰ ਚਾਹ ਨਹੀਂ। ਕਹਿੰਦੇ ਫਿਰ ਇਸ ਕਾਂਸ਼ੀ ਵਿੱਚ ਤਾਂ ਉਹੀ ਬੰਦਾ ਰਹਿ ਸਕਦਾ। ਗੱਲ ਕੀ, ਉਸਨੇ ਆਪਣੀ ਵਿਦਿਆ ਦਾ ਅਪਮਾਨ ਪ੍ਰਗਟਾਇਆ। ਗੱਲ ਬਹੁਤ ਲੰਬੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪੰਡਿਤ ਗੋਪਾਲ ਦਾਸ ਨੂੰ ਇਹ ਉਪਦੇਸ਼ ਕੀਤਾ ਤੇ ਉਹਦੀ ਅਸਲੀਅਤ ਦੱਸੀ ਵੀ ਤੁਸੀਂ ਲੋਕ ਕੀ ਕਰਦੇ ਹੋ। ਪੜ੍ਹ ਪੁਸਤਕ ਸੰਧਿਆ ਬਾਦੰ, ਪੜ੍ਹਦੇ ਰਾੜੇ ਨੂੰ ਸਿਆਰੀ ਹੈ ਤੇ ਇਹਨੂੰ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ। ਪੜ੍ਹ ਪੁਸਤਕ ਦਾ ਮਤਲਬ ਤੁਸੀਂ ਪੁਸਤਕਾਂ ਪੜ੍ਹ ਕੇ, ਸ਼ਾਸਤਰ ਆਦਿਕ ਧਰਮ ਦੀਆਂ ਪੁਸਤਕਾਂ ਪੜ੍ਹ ਕੇ ਫਿਰ ਤੁਸੀਂ ਸੰਧਿਆ ਕਰਦੇ। ਸੰਧਿਆ ਸ਼ਬਦ ਜਿਹੜਾ ਇਹ ਸੰਧੀ ਤੋਂ ਬਣਿਆ। ਜਦੋਂ ਸੂਰਜ ਛਿਪ ਰਿਹਾ ਹੋਵੇ, ਰਾਤਰੀ ਦਾ ਪ੍ਰਵੇਸ਼ ਹੋ ਰਿਹਾ ਹੋਵੇ, ਉਹਨੂੰ ਸੰਧਿਆ ਕਹਿੰਦੇ। ਉਹ ਵੀ ਕਈ ਵਾਰੀ ਕਈ ਸਨਾਤਨੀ ਵੀਰਾਂ ਨੂੰ ਮਿਲਣ ਲਈ ਜਾਈਏ ਤੇ ਪਰਿਵਾਰ ਵੱਲੋਂ ਕਿਹਾ ਜਾਂਦਾ ਜੀ ਪੰਡਤ ਜੀ ਸੰਧਿਆ ਕਰ ਰਹੇ। ਉਹ ਆਪਣਾ ਪੂਜਾ ਪਾਠ ਕਰਨ ਨੂੰ ਸੰਧਿਆ ਕਰਨਾ ਕਰ, ਤੇ ਬਾਦੰਗ ਦਾ ਮਤਲਬ ਹੈ ਚਰਚਾ ਕਰਨੀ, ਬਹਿਸ ਮੁਬਹਿਸਾ ਕਰਨ, ਸ਼ਾਸਤਰਾਰਥ ਕਰਨ। ਪਾਤਸ਼ਾਹ ਕਹਿਣ ਲੱਗੇ, ਪੜ੍ਹ ਪੁਸਤਕ ਸੰਧਿਆ ਬਾਦੰ, ਤੁਸੀਂ ਪੁਸਤਕਾਂ ਪੜ੍ਹ ਕੇ ਸੰਧਿਆ ਕਰਦੇ ਹੋ ਤੇ ਦੂਜਿਆਂ ਨਾਲ ਤੁਸੀਂ ਬਾਦੰ ਸ਼ਾਸਤਰਾਰਥ ਕਰਦੇ। ਸਿਲ ਪੂਜਸ ਬਗੁਲ ਸਮਾਦੰ, ਫਿਰ ਤੁਸੀਂ ਪੱਥਰਾਂ ਦੀ ਪੂਜਾ ਕਰਦੇ, ਕਿਉਂਕਿ ਸਨਾਤਨ ਮਤ ਵਿੱਚ ਸ਼ਿਵਲਿੰਗ ਦੀ ਪੂਜਾ ਕਰਨੀ ਜਾਂ ਪੱਥਰ ਦੀ ਮੂਰਤੀ ਦੀ ਪੂਜਾ ਕਰਨੀ, ਜਾਂ ਇੱਕ ਗੰਡਕਾ ਨਦੀ ਹੈ ਉਹਦੇ ਵਿੱਚੋਂ ਇੱਕ ਪੱਥਰ ਨਿਕਲਦਾ ਹੈ ਜਿਸ ਉੱਤੇ ਇੱਕ ਚਿੱਟੀ ਜਿਹੀ ਲਕੀਰ ਹੁੰਦੀ ਹੈ, ਉਹਨੂੰ ਇਹ ਵਿਸ਼ਨੂੰ ਦਾ ਰੂਪ ਮੰਨ ਕੇ ਪੂਜਦੇ ਹਨ। ਬਗੁਲ ਸਮਾਧਨ ਦਾ ਮਤਲਬ ਹੈ ਬਗਲੇ ਵਰਗੀ ਸਮਾਧੀ ਲਾਉਣੀ। ਹੁਣ ਬਗਲ ਸਮਾਧੀ ਦੀ ਵਿਆਖਿਆ ਕਰਨੀ ਹੋਵੇ ਤੇ ਕਿਸੇ ਬਗਲੇ ਨੂੰ ਛੱਪੜ ਦੇ ਕੰਢੇ ਬੈਠਿਆਂ ਦੇਖੋ, ਇੱਕ ਲੱਤ ਦੇ ਭਾਰ ਖੜਾ ਹੁੰਦਾ, ਐਉਂ ਲੱਗਦਾ ਕਿ ਬੜੀ ਭਗਤੀ ਕਰ ਰਿਹਾ, ਪਰ ਉਹਦਾ ਧਿਆਨ ਮੱਛੀਆਂ ਤੇ ਡੱਡੀਆਂ ਵਿੱਚ ਹੁੰਦਾ। ਇਹੋ ਜਿਹੀ ਜਿਹੜੀ ਦਿਖਾਵੇ ਦੀ ਸਮਾਧੀ ਹੈ ਉਸ ਨੂੰ ਬਗਲ ਸਮਾਧੀ ਕਿਹਾ ਜਾਂਦਾ। ਮੁਖ ਝੂਠ ਬੇਬੂਖਣ ਸਾਰੰ, ਮੁਖ ਦੇ ਖੱਖੇ ਨੂੰ ਸਿਆਰੀ ਹੈ, ਮੂੰਹ ਵਿੱਚ ਝੂਠ, ਪਰ ਉਸ ਝੂਠ ਨੂੰ, ਮਿਥਿਆਸ ਨੂੰ ਬੇਬੂਖਣ ਸਾਰੰਗ, ਬੇਬੂਖਣ ਕਹਿੰਦੇ ਗਹਿਣਿਆਂ ਨੂੰ, ਸਾਰੰਗ ਦਾ ਮਤਲਬ ਹੈ ਸ੍ਰੇਸ਼ਟ, ਸੋਹਣੇ ਗਹਿਣੇ ਪਵਾਣੇ। ਇਹਦਾ ਮਤਲਬ ਝੂਠ ਨੂੰ ਸੱਚ ਕਰਕੇ ਬਿਆਨ ਕਰਨਾ। ਤੋ ਮਹਾਰਾਜ ਤੇ ਅੰਤਰਜਾਮੀ ਸਭ ਕੁਝ ਜਾਣਦੇ ਸਨ। ਕਹਿਣ ਲੱਗੇ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ, ਮੁਖ ਝੂਠ ਬੇਬੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ। ਤਿੰਨ ਵਾਰੀ ਤਿੰਨਾਂ ਪਾਲਾਂ ਵਾਲੀ ਜੋ ਗਾਇਤਰੀ ਮੰਤਰ ਹੈ, ਓਮ ਭੂਰ ਭਵਾ ਸਵਾ ਤਸਵਿਤਰ ਵਰੇ ਨਿਯਮ ਭ੍ਰਗੋ ਦੇਵਸਯ ਧੀਮਹਿ ਦਇਓ ਯੋ ਨ ਪ੍ਰਚੋਦਯਾਤ। ਇਹ ਤਿੰਨ ਪਾਲਾਂ ਵਾਲੀ ਜਿਹੜੀ ਗਾਇਤਰੀ ਮੰਤਰ ਹੈ,
ਜਿਸ ਨੂੰ ਹਿੰਦੂ ਵੀਰ ਮਹਾਮੰਤਰ ਕਹਿੰਦੇ। ਇਹਦੇ ਸੰਬੰਧੀ ਬਹੁਤ ਕੁਝ ਹੋਰ ਵੀ ਗੁਰਬਾਣੀ ਵਿੱਚ ਲਿਖਿਆ, ਪਰ ਆਪਾਂ ਟੂ ਦੀ ਪੁਆਇੰਟ ਵਿਚਾਰ ਕਰ ਰਹੇ। ਮਹਾਰਾਜ ਨੇ ਕਿਹਾ, ਤੁਸੀਂ ਇਹ 3 ਪਾਲਾਂ ਵਾਲੀ ਗਾਇਤਰੀ ਮੰਤਰ ਵੀ ਪੜ੍ਹਦੇ ਹੋ। ਗਲ ਮਾਲਾ ਤਿਲਕ ਲਿਲਾਟੰ, ਗਲ ਦੇ ਲੱਲੇ ਨੂੰ ਸਿਆਰੀ ਗਲ ਵਿੱਚ ਮਾਲਾ ਵੀ ਪਾਈ ਹੋਈ। ਤਿਲਕ ਲਿਲਾਟੰ, ਮੱਥੇ ਤੇ ਤਿਲਕ ਵੀ ਲਾਇਆ ਹੋਇਆ। ਦੋਏ ਧੋਤੀ ਬਸਤਰ ਕਪਾਟੰ, ਤੁਸੀਂ 2 ਧੋਤੀਆਂ ਰੱਖਦੇ ਹੋ। ਔਰ ਪੂਜਾ ਕਰਨ ਵੇਲੇ ਤੁਸੀਂ ਆਪਣੇ ਕਪਾਟ, ਤਾਲੂ ਤੇ ਸਿਰ ਤੇ ਇੱਕ ਬਸਤਰ ਵੀ ਰੱਖ ਲੈਂਦੇ। ਇਹ ਉਹਨਾਂ ਦਾ ਸਾਰਾ ਕਰਮ ਕਾਂਡ ਗੁਰੂ ਪਾਤਸ਼ਾਹ ਨੇ ਪੰਡਤਾਂ ਦੇ ਸਾਹਮਣੇ ਬਿਆਨ ਕੀਤਾ। ਜਿਵੇਂ ਗੁਰੂ ਮਹਾਰਾਜ ਦਾ ਤਰੀਕਾ ਹੈ ਕਿ ਪਹਿਲਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਵਰਣਨ ਕਰਦੇ ਨੇ, ਫਿਰ ਆਪਣਾ ਫੈਸਲਾ ਦਿੰਦੇ। ਤਾਂ ਬੜੇ ਧਿਆਨ ਨਾਲ ਪੜ੍ਹਨ ਦੀ ਲੋੜ ਹੈ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗੁਲ ਸਮਾਦਨ, ਮੁਖ ਝੂਠ ਬਭੂਖਣ ਸਾਰੰ, ਤ੍ਰੈ ਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਹੁਣ ਪਾਤਸ਼ਾਹ ਆਪਣਾ ਫੈਸਲਾ ਕਰਦੇ। ਕਹਿੰਦੇ, ਜੇ ਜਾਣਸ ਬ੍ਰਹਮੰ ਕਰਮੰ, ਜੇ ਬ੍ਰਹਮ ਕਰਮ ਨੂੰ ਜਾਣ ਲਵੇ ਕਿ ਉਸ ਪ੍ਰਮਾਤਮਾ ਨਾਲ ਜੁੜਨ ਦਾ ਕੀ ਤਰੀਕਾ, ਜਿਸ ਭਾਗਾਂ ਵਾਲੇ ਨੂੰ ਸਮਝ ਆ ਜਾਏ, ਸਭ ਫੋਕਟ ਨਿਸ਼ਚੋ ਕਰਮੰ, ਉਹਨੂੰ ਫਿਰ ਸਾਰੇ ਇਹ ਕਰਮ ਨਿਸ਼ਚੇ ਕਰਕੇ ਜਾਣੋ, ਫੋਕਟ ਨਜ਼ਰ ਆਉਣਗੇ। ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਨਾਲ ਇਹਨਾਂ ਕੀਤੇ ਹੋਏ ਕਰਮ ਕਾਂਡਾਂ ਦਾ ਕੋਈ ਸੰਬੰਧ ਨਹੀਂ। ਅਖੀਰ ਵਿੱਚ ਮਹਾਰਾਜ ਨੇ ਨਿਚੋੜ ਕੱਢਿਆ, ਜੇ ਜਾਣਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮ, ਕਹੋ ਨਾਨਕ ਨੇਚੋ ਧਿਆਵੈ। ਨਾਨਕ ਜੀ ਫਰਮਾਉਂਦੇ ਹਨ, ਜਿਸ ਨੂੰ ਇਹ ਸਮਝ ਆ ਜਾਏ ਕਿ ਇਹ ਤਾਂ ਫੋਕਟ ਕਰਮ, ਉਹ ਫਿਰ ਨਿਸ਼ਚੇ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰੇ। ਪਰ ਪਰਮਾਤਮਾ ਦੇ ਸਿਮਰਨ ਕਰਨ ਦੀ ਜਾਚ ਬਿਨ ਸਤਿਗੁਰ ਵਾਟ ਨਾ ਪਾਵੇ। ਬਿਨਾਂ ਗੁਰੂ ਦੇ ਉਪਦੇਸ਼ ਤੋਂ ਸਿਮਰਨ ਕਰਨ ਦੀ, ਬ੍ਰਹਮ ਕਰਮ ਕਰਨ ਦੀ ਰਸਤਾ ਨਹੀਂ ਲੱਭਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸੁਰਤ ਨਾ ਆਵੇ। ਗੁਰੂ ਤੋਂ ਬਿਨਾਂ ਰਸਤਾ ਨਹੀਂ ਪ੍ਰਾਪਤ। ਇਹ ਸ਼ਲੋਕ ਇੱਥੇ ਵੀ ਦਰਜ ਹੈ ਆਸਾ ਕੀ ਵਾਰ ਵਿੱਚ, ਔਰ ਸਹਿਸਕ੍ਰਿਤੀ ਸ਼ਲੋਕਾਂ ਦੇ ਆਰੰਭ ਵਿੱਚ ਵੀ ਆਉਂਦਾ। ਔਰ ਇਹ ਵਿਦਵਾਨਾਂ ਤੋਂ ਸੁਣਿਆ ਕਿ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਜਾਂ ਕਰਨ ਦੀ ਤਿਆਰੀ ਸੀ, ਤੇ ਮਹਾਰਾਜ ਨੇ ਸਾਰੇ ਸਿੱਖ ਜਗਤ ਦੇ ਅੰਦਰ, ਭਾਵ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਰਹਿੰਦੀ ਸੀ, ਸਿੱਖ ਰਹਿੰਦੇ ਸਨ, ਉਹਨਾਂ ਨੂੰ ਇੱਕ ਹੁਕਮਨਾਮਾ ਭੇਜਿਆ। ਭਾਈ ਜਿਹਦੇ ਕੋਲ ਗੁਰੂ ਮਹਾਰਾਜ ਦਾ ਬਾਣੀ ਦਾ ਕੋਈ ਸ਼ਬਦ ਜਿਸ ਰੂਪ ਵਿੱਚ ਵੀ ਹੈ ਲੈ ਕੇ ਹਾਜ਼ਰ ਹੋਵੇ। तो क्योंकि पंडित गोपाल दास ने श्री गुरु नानक देव जी के चरण परस के उन्हां दी सिੱਖੀ धारण की, भाव उन्हां दे उपदेश नूं मन्निया अते पखंड कर्म तो त्याग किया, उहदे पोतरे ਜਿਹੜੇ कि उस वेले जीवत सन ते अपने दादे दे
ਰਸਤੇ 'ਤੇ ਚਲਦਿਆਂ ਉਹਨਾਂ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕੀਤਾ। ਉਹਨਾਂ ਕੋਲ ਇਹ ਸ਼ਲੋਕ ਮੌਜੂਦ ਸੀ। ਉਹ ਗੁਰੂ ਕਾ ਹੁਕਮ ਮੰਨ ਕੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਭਾਵੇਂ ਇਹ ਸ਼ਬਦ ਆਲਰੇਡੀ ਗੁਰੂ ਅਰਜਨ ਦੇਵ ਜੀ ਪਾਸ ਬਾਣੀ ਦੀਆਂ ਪੋਥੀਆਂ ਵਿੱਚ ਮੌਜੂਦ ਸੀ, ਪਰ ਉਹ ਗੁਰੂ ਕਾ ਹੁਕਮ ਮੰਨ ਕੇ ਲੈ ਕੇ ਆਏ। ਮਹਾਰਾਜ ਨੇ ਇਸ ਨੂੰ ਪੜ੍ਹਿਆ, ਵਾਚਿਆ, ਪ੍ਰਵਾਨ ਕੀਤਾ, ਕਿਉਂਕਿ ਪਹਿਲਾਂ ਹੀ ਸੀ। ਤਾਂ ਗੋਪਾਲ ਦਾਸ ਪੰਡਤ ਦੇ ਪੋਤਰਿਆਂ ਨੇ ਬੇਨਤੀ ਕੀਤੀ, ਹੇ ਸੱਚੇ ਪਾਤਸ਼ਾਹ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਡੇ ਦਾਦਾ ਜੀ ਨੂੰ ਉਪਦੇਸ਼ ਕੀਤਾ ਤੇ ਅਸੀਂ ਤੁਹਾਡੇ ਸੇਵਕ ਹਾਂ, ਤੁਹਾਡੇ ਚਰਨਾਂ ਵਿੱਚ ਆਏ, ਸਾਨੂੰ ਤੁਸੀਂ ਉਪਦੇਸ਼ ਕਰੋ। ਤੋ ਇਹ ਜਿਹੜੇ ਸਹਿਸਕ੍ਰਿਤੀ ਸ਼ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਨੇ, ਜਿਨ੍ਹਾਂ ਦਾ ਪਾਠ ਅਸੀਂ ਕਰਦੇ ਹਾਂ, ਇਹ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪੰਡਿਤ ਗੋਪਾਲ ਦਾਸ ਦੇ ਪੋਤਰਿਆਂ ਨੂੰ ਉਪਦੇਸ਼ ਰੂਪ ਉਚਾਰਨ ਕੀਤਾ। ਪੌੜੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਹੁਣ ਪੌੜੀ ਵਿੱਚ ਪਾਤਸ਼ਾਹ ਫਰਮਾਉਂਦੇ ਨੇ, ਇਹ ਸੋਹਣਾ ਸਰੀਰ, ਇਹ ਸੋਹਣਾ ਰੂਪ, ਜਿਸ ਨੂੰ ਕੱਪੜਾ ਰੂਪ ਕਿਹਾ, ਇਸੇ ਜਗਤ ਵਿੱਚ ਜੀਵਾਂ ਨੇ ਛੱਡ ਕੇ ਤੁਰ ਜਾਣਾ। ਇਹ ਅਟਲ ਸਚਾਈ ਹੈ। ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਇਸ ਸੰਸਾਰ ਦੇ ਅੰਦਰ ਜਦੋਂ ਜੀਵ ਆਉਂਦਾ ਹੈ ਉਦੋਂ ਵੀ ਨਗਨ ਹੁੰਦਾ, ਬਸਤਰ ਵਿਹੀਨ ਹੁੰਦਾ, ਤੇ ਜਦੋਂ ਜਾਂਦਾ ਉਦੋਂ ਵੀ ਬਸਤਰ ਵਿਹੀਨ ਹੁੰਦਾ। ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਭਾਈ ਇਹ ਸਭ ਕੁਝ ਦੁਨੀਆ ਵਿੱਚ ਛੱਡ ਕੇ ਚਲੇ ਜਾਣਾ। ਫਿਰ ਨਾਲ ਕੀ ਜਾਣਾ? ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਮੰਦਾ ਚੰਗਾ, ਅੱਛੇ ਕੰਮ ਤੇ ਮਾੜੇ ਕੰਮ ਜੋ ਕੀਤੇ ਹਨ, ਉਹਨਾਂ ਦਾ ਲੇਖਾ ਲੈ ਕਿਸ ਨੇ ਜਾਣਾ। ਕਿਸੇ ਮਹਾਂਪੁਰਖ ਨੇ ਆਪਣਾ ਪ੍ਰਵਚਨ ਕਰਦਿਆਂ ਕਿਹਾ ਸੀ ਕਿ ਲੋਕ ਕਹਿੰਦੇ ਨੇ ਜੀਵ ਖਾਲੀ ਹੱਥ ਆਉਂਦਾ, ਖਾਲੀ ਹੱਥ ਜਾਂਦਾ। ਕਹਿੰਦੇ ਨਹੀਂ, ਜੀਵ ਪਰਮਾਤਮਾ ਕੋਲੋਂ ਸਵਾਸਾਂ ਦੀ ਪੂੰਜੀ ਲੈ ਕੇ ਆਉਂਦਾ, ਔਰ ਜਾਣ ਲੱਗਿਆ ਆਪਣੇ ਕਰਮਾਂ ਦੀ ਗਠੜੀ ਲੈ ਕੇ ਜਾਂਦਾ। ਰੋਜ਼ ਅਸੀਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੋ ਗੱਲ ਕੀ ਗੁਰਦੇਵ ਫਰਮਾਉਂਦੇ ਨੇ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ। ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵੰਦੇ, ਰਾਹ ਪੀੜੈ ਅੱਗੇ ਜਾਵਣਾ। ਇਸ ਸੰਸਾਰ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਸ਼ਕਤੀ ਪ੍ਰਾਪਤ ਕਰਕੇ, ਰਾਜੇ ਬਣ ਕੇ, ਮੰਤਰੀ ਬਣ ਕੇ, ਕੁਝ ਪਦਵੀਆਂ ਹਾਸਲ ਕਰਕੇ, ਫਿਰ ਹੁਕਮ ਕੀਏ ਮਨ ਭਾਵੰਦੇ, ਮਨ ਭਾਉਂਦੇ ਹੁਕਮ ਕੀਤੇ, ਲੋਕਾਂ 'ਤੇ ਧੱਕਾ ਕੀਤਾ, ਜ਼ਿਆਦਤੀਆਂ ਕੀਤੀਆਂ। ਪਰ ਮਹਾਰਾਜ ਕਹਿੰਦੇ ਨੇ ਰਾਹ ਭੀੜੈ ਅੱਗੇ ਜਾਵਣਾ। ਅੱਗੇ ਜਿਹੜਾ ਰਸਤਾ ਹੈ, ਰਸਤੇ ਵਿੱਚ ਭੀੜੇ ਰਸਤੇ ਵਿੱਚੋਂ ਜਾਣਾ ਪਵੇ। ਭਾਵ ਉਹ ਜਮਾਂ ਵਾਲਾ ਜਿਹੜਾ ਰਸਤਾ ਹੈ ਉੱਥੋਂ ਲੰਘਣਾ ਪਵੇਗਾ, ਸਜ਼ਾ ਭੁਗਤਣੀ ਪਵੇਗੀ। ਔਰ ਨੰਗਾ ਦੋਜ਼ਖ ਚਾਲਿਆ, ਤਾਂ ਦਿਸੈ ਖਰਾ ਡਰਾਵਣਾ। ਇਹੋ ਜਿਹੇ ਬੰਦੇ ਜਿਹੜੇ ਦੁਨੀਆ ਵਿੱਚ ਗਲਤ ਕੰਮ ਕਰਦੇ ਨੇ, ਲੋਕਾਂ 'ਤੇ ਧੱਕਾ ਕਰਦੇ ਨੇ, ਬੇਇਨਸਾਫੀ ਕਰਦੇ, ਉਹਨਾਂ ਦਾ ਹਸ਼ਰ ਕੀ ਹੁੰਦਾ? ਹੁਕਮ ਕੀਏ ਮਨ ਭਾਵੰਦੇ, ਰਾਹ ਭੀੜੈ ਅੱਗੇ ਜਾਵਣਾ। ਨੰਗਾ ਦੋਜ਼ਖ ਚਾਲਿਆ,
ਤਾਂ ਦਿਸੈ ਖਰਾ ਡਰਾਵਣਾ। ਦੇਖੋ, ਜਿਸ ਦੇ ਸਰੀਰ ਤੇ ਬਸਤਰ ਨਾ ਹੋਣ ਉਹ ਕਿੰਨਾ ਬਦਸੂਰਤ ਲੱਗਦਾ, ਉਹ ਕਿਤਨਾ ਡਰਾਉਣਾ ਲੱਗਦਾ। ਸੱਚਮੁੱਚ ਉਹਨਾਂ ਦੀ ਹਾਲਤ ਇਹ ਹੋਵੇ, ਕਰ ਔਗਣ ਪਛੋਤਾਵਣਾ। ਇਸ ਤਰ੍ਹਾਂ ਜਿਨ੍ਹਾਂ ਨੇ ਜੀਵਨ ਵਿੱਚ ਔਗਣ ਕੀਤੇ ਨੇ, ਭੈੜੇ ਕੰਮ ਕੀਤੇ ਨੇ, ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਤੇ ਮਿਲੇਗੀ, ਫਿਰ ਉਹ ਪਛਤਾਉਣਗੇ। ਸਾਰੀ ਬਾਣੀ ਇਹ ਕਹਿ ਰਹੀ, ਆਪੇ ਬੀਜ ਆਪੇ ਹੀ ਖਾਓ, ਕਰ ਕਰ ਕਰਨਾ ਲਿਖ ਲੈ ਜਾ। ਜੋ ਜੋ ਅਸੀਂ ਕੀਤਾ ਹੈ ਉਹ ਲਿਖਿਆ ਜਾ ਰਿਹਾ, ਔਰ ਉਹ ਲੇਖਾ ਨਾਲ ਲੈ ਕੇ ਜਾਣਾ ਪਵੇ। ਅਤੇ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਨੇ ਉਹਨਾਂ ਨੂੰ ਫਿਰ ਉੱਥੇ ਸਜ਼ਾ ਮਿਲੇਗੀ, ਪਛਤਾਉਣਾ ਪਵੇਗਾ। ਤਾਂ ਸਾਨੂੰ ਗੁਰਬਾਣੀ ਤੋਂ ਸਿੱਖਿਆ ਮਿਲਦੀ, ਭਾਈ ਸੰਸਾਰ ਦੀ ਅਸਲੀਅਤ ਨੂੰ ਸਮਝੀਏ, ਦਿਖਾਵਾ ਨਾ ਕਰੀਏ, ਹੰਕਾਰੀ ਨਾ ਬਣੀਏ, ਔਰ ਨਾ ਹੀ ਕਿਸੇ 'ਤੇ ਧੱਕਾ ਕਰੀਏ, ਸਗੋਂ ਨਿਮਰਤਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।